कूच अध्याय 9। यहोवा ने मूसा ਨੂੰ ਆਖਿਆ, ਫਿਰੌਨ ਕੋਲ ਜਾ ਔਰ ਉਸ ਨਾਲ ਗੱਲ ਕਰ ਕਿ ਯਹੋਵਾ ਇਸਰਾਏਲੀਆਂ ਦਾ ਪਰਮੇਸ਼ਰ यूं फरमाउंदा है कि मेरी प्रजा ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ। ਜੇ ਤੂੰ ਉਹਨਾਂ ਦੇ ਕੱਲਣ ਤੋਂ ਮੁੱਕਰ ਜਾਵੇਂ ਔਰ ਅਜੇ ਵੀ ਡੱਕ ਛੱਡੇ ਤਾਂ ਵੇਖ ਯਹੋਵਾ ਦਾ ਹੱਥ ਤੇਰੇ ਪਸ਼ੂਆਂ ਉੱਤੇ ਜਿਹੜੇ ਜੂ ਵਿੱਚ ਹਨ, ਕੋੜੀਆਂ ਉੱਤੇ, ਕੋਤੀਆਂ ਉੱਤੇ, ਊਠਾਂ ਤੇ ਚੌਣੀਆਂ ਉੱਤੇ ਔਰ ਇੱਜੜਾਂ ਉੱਤੇ ਪਵੇਗਾ ਔਰ ਮੇਰੀ ਅੱਤ ਭਾਰੀ ਹੋਵੇਗੀ। ਯਹੋਵਾ ਇਸਰਾਏਲੀਆਂ ਦੇ ਪਸ਼ੂਆਂ ਵਿੱਚ ਔਰ ਮਿਸਰੀਆਂ ਦੇ ਪਸ਼ੂਆਂ ਵਿੱਚ ਵੇਰਵਾ ਕਰੇਗਾ ਔਰ ਉਹਨਾਂ ਸਾਰਿਆਂ ਵਿੱਚੋਂ ਜਿਹੜੇ ਇਸਰਾਏਲੀਆਂ ਦੇ ਹਨ कोई ना मरेगा। यहोवा ने एक वेला ठहराया है कि पलके यहोवा ये कम इस देश विच करेगा। ता यहोवा ने वो कम अगले दिन कीता और मिस्रियां दे सारे पशु मर गए, पर इस्राएलियां दे पशुआं विचों एक भी ना मरिया। फिर फिरौन ने किसे नू कलिया तां ਵੇਖੋ ਇਸਰਾਏਲ ਦੇ ਪਸ਼ੂਆਂ ਵਿੱਚੋਂ ਇੱਕ ਵੀ ਨਹੀਂ ਮਰਿਆ ਸੀ, ਪਰ ਫਿਰੌਨ ਦਾ ਮਨ ਪੱਥਰ ਹੋ ਗਿਆ, ਸੋ ਉਸ ਨੇ ਲੋਕਾਂ ਨੂੰ ਜਾਣ ਨਾ ਦਿੱਤਾ। ਤਾਂ ਯਹੋਵਾ ਨੇ ਮੂਸਾ ਅਤੇ ਹਾरून ਨੂੰ ਆਖਿਆ, ਪੱਟੀ ਦੀ ਸੁਆਹ ਦੀਆਂ ਮੁੱਠਾਂ ਭਰੋ ਅਤੇ ਮੂਸਾ ਫਿਰੌਨ ਦੇ ਵੇਖਦਿਆਂ ਆਕਾਸ਼ ਵੱਲ ਉਡਾਵੇ ਤਾਂ ਮਿਸਰ ਦੇ ਸਾਰੇ ਦੇਸ਼ ਉੱਤੇ ਉਹ ਇਕੱਠਾ ਹੋ ਕੇ ਆਦਮੀਆਂ ਅਤੇ ਡੰਗਰਾਂ ਉੱਤੇ ਸਾਰੇ ਮਿਸਰ ਦੇਸ਼ ਵਿੱਚ ਅੰਗਿਆਰਾਂ ਅਤੇ ਛਾਲੇ ਬਣ ਜਾਵੇਗਾ। ਸੋ ਉਹ ਪੱਟੀ ਦੀ ਸਵਾਲ ਲੈ ਕੇ ਫਿਰੌਨ ਦੇ ਅੱਗੇ ਖੜੇ ਹੋਏ। ਮੂਸਾ ਨੇ ਉਸਨੂੰ ਆਕਾਸ਼ ਵੱਲ ਉਡਾ ਦਿੱਤਾ ਤਾਂ ਆਦਮੀਆਂ ਅਤੇ ਡੰਗਰਾਂ ਉੱਤੇ ਅੰਗਿਆਰੇ ਔਰ ਛਾਲੇ ਪੈ ਗਏ। ਤਾਂ ਜਾਦੂਗਰ ਅੰਗਿਆਰਿਆਂ ਦੇ ਕਾਰਨ ਮੂਸਾ ਦੇ ਅੱਗੇ ਖਲੋ ਨਾ ਸਕੇ, ਕਿਉਂ ਜੋ ਜਾਦੂਗਰਾਂ ਅਤੇ ਸਾਰੇ ਮਿਸਰੀਆਂ ਦੇ ਅੰਗਿਆਰੇ ਨਿਕਲੇ ਹੋਏ ਸਨ। ਔਰ ਜਿਵੇਂ ਯਹੋਵਾ ਮੂਸਾ ਨੂੰ ਬੋਲਿਆ ਸੀ, ਯਹੋਵਾ ਨੇ ਫਿਰੌਨ ਦੇ ਮਨ ਨੂੰ ਕਠੋਰ ਹੋਣ ਦਿੱਤਾ ਔਰ ਉਸਨੇ ਉਹਨਾਂ ਦੀ ਨਾ ਸੁਣੀ। ਉਪਰੰਤ ਯਹੋਵਾ ਨੇ ਮੂਸਾ ਨੂੰ ਆਖਿਆ, ਸਵੇਰ ਉੱਠ ਕੇ ਫਿਰੌਨ ਦੇ ਅੱਗੇ ਜਾ ਖਲੋ ਔਰ ਉਸਨੂੰ ਆਖ, ਯਹੋਵਾ ਇਬਰਾਨੀਆਂ ਦਾ ਪਰਮੇਸ਼ਰ यूं ਫਰਮਾਉਂਦਾ ਹੈ, ਮੇਰੀ ਪ੍ਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ, ਕਿਉਂਕਿ ਮੈਂ ਇਤਕੀ ਆਪਣੀ ਸਾਰੀਆਂ ਬਵਾਂ ਤੇਰੇ ਮਨ ਉੱਤੇ, ਤੇਰੇ ਟਹਿਲਵਾਂ ਉੱਤੇ ਔਰ ਤੇਰੀ ਰਹਿਤ ਉੱਤੇ ਕੱਲਣ ਵਾਲਾ ਹਾਂ, ਤਾਂ ਜੋ ਤੂੰ ਜਾਣੋ ਪਈ ਸਾਰੀ ਧਰਤੀ ਉੱਤੇ ਮੇਰੇ ਜਿਹਾ ਕੋਈ ਨਹੀਂ। ਹੁਣ ਤੱਕ ਮੈਂ ਆਪਣਾ ਹੱਥ ਵਧਾ ਕੇ ਤੈਨੂੰ ਔਰ ਤੇਰੀ ਰਹਿਤ ਨੂੰ ਮਰੀ ਨਾਲ ਮਾਰ ਦਿੱਤਾ ਹੁੰਦਾ ਅਤੇ ਤੂੰ ਧਰਤੀ ਉੱਤੋਂ ਮਿਟ ਗਿਆ ਹੁੰਦਾ, ਪਰ ਸੱਚਮੁੱਚ ਮੈਂ ਤੈਨੂੰ ਇਸ ਕਰਕੇ ਕੱਲਿਆ ਰਿਹਾ ਅਤੇ ਇਸ ਕਰਕੇ ਤੈਨੂੰ ਆਪਣਾ ਬਲ ਵਿਖਾਇਆ ਤਾਂ ਜੋ ਮੇਰਾ ਨਾਮ ਸਾਰੀ ਧਰਤੀ ਵਿੱਚ ਪ੍ਰਗਟ ਹੋ ਜਾਵੇ। ਹੁਣ ਤੱਕ ਤੂੰ ਮੇਰੀ ਪ੍ਰਜਾ ਵਿੱਚ ਆਪਣੇ ਆਪ ਨੂੰ ਉੱਚਾ ਕਰਦਾ ਰਿਹਾ ਹੈ ਕਿ ਤੈਂ ਉਹਨਾਂ ਨੂੰ ਜਾਣ ਨਹੀਂ ਦਿੱਤਾ। ਵੇਖ, ਮੈਂ ਭਲਕੇ ਇਸ ਵੇਲੇ ਅੱਤ ਭਾਰੀ ਗੜੇ ਵਰਸਾਵਾਂਗਾ, ਜਿਨ੍ਹਾਂ ਦੇ ਮਿਸਰ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਨਹੀਂ ਪਏ। ਸੋ ਹੁਣ ਤੂੰ ਕੱਲ ਕੇ ਆਪਣੇ ਪਸ਼ੂ ਔਰ ਜੋ ਕੁਝ ਤੇਰਾ ਜੂ ਵਿੱਚ ਹੈ ਭੱਜਾ ਲਿਆ। ਸਾਰੇ ਆਦਮੀਆਂ ਔਰ ਡੰਗਰਾਂ ਉੱਤੇ ਜਿਹੜੇ ਜੂ ਵਿੱਚ ਹੋਣ ਔਰ ਘਰ ਵਿੱਚ ਨਾ ਲਿਆਂਦੇ ਜਾਣ, ਗੜ ਪੈਣਗੇ ਔਰ ਉਹ ਮਰ ਜਾਣਗੇ। ਤਾਂ ਫਿਰੌਨ ਦੇ ਪਹਿਲੂਆਂ ਵਿੱਚੋਂ ਜਿਹੜਾ ਯਹੋਵਾ ਦੇ ਵਚਨ ਤੋਂ ਪੈ ਖਾਂਦਾ ਸੀ, ਉਹ ਆਪਣੇ ਟਹਿਲੂਆਂ ਨੂੰ ਔਰ ਆਪਣੇ ਪਸ਼ੂਆਂ ਨੂੰ ਕਰੀ ਬੱਚਾ ਲਿਆਇਆ। ਪਰ ਜਿਸਨੇ ਆਪਣੇ ਮਨ ਯਹੋਵਾ ਦੇ ਵਚਨ ਉੱਤੇ ਨਾ ਲਾਇਆ, ਉਸਨੇ ਆਪਣੇ ਟਹਿਲੂਆਂ ਔਰ ਪਸ਼ੂਆਂ ਨੂੰ ਜੂ ਵਿੱਚ ਰਹਿਣ ਦਿੱਤਾ।
ਤਾਂ ਯਹੋਵਾ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਆਕਾਸ਼ ਵੱਲ ਵਧਾ ਤਾਂ ਜੋ ਸਾਰੇ ਮਿਸਰ ਦੇਸ਼ ਵਿੱਚ ਆਦਮੀ ਉੱਤੇ, ਡੰਗਰ ਉੱਤੇ ਔਰ ਖੇਤ ਦੀ ਸਾਰੀ ਸਾਗ ਪੱਤ ਉੱਤੇ ਮਿਸਰ ਦੇਸ਼ ਵਿੱਚ ਗੜੇ ਪੈਣ। ਮੂਸਾ ਨੇ ਆਪਣੇ ਡਾਂਗਾਂ ਆਕਾਸ਼ ਵੱਲ ਲੰਮਾ ਕੀਤਾ ਤਾਂ ਯਹੋਵਾ ਨੇ ਗਰਜ ਅਤੇ ਗੜੇ ਕੱਲੇ ਔਰ ਅੱਗ ਧਰਤੀ ਵੱਲ ਚੱਲੀ ਆਉਂਦੀ ਸੀ। ਔਰ ਯਹੋਵਾ ਨੇ ਮਿਸਰ ਦੇਸ਼ ਉੱਤੇ ਗੜੇ ਵਰਸਾਏ। ਸੋ ਗੜੇ ਸਨ ਤੇ ਗੜੀਆਂ ਵਿੱਚ ਅੱਗ ਰਲੀ ਹੋਈ ਸੀ। ਇਹ ਇੰਨੀ ਡਾਢੀ ਸੀ ਭਈ ਮਿਸਰ ਦੇ ਸਾਰੇ ਦੇਸ਼ ਵਿੱਚ ਉਹਦੇ ਕੋਮ ਬਣਨ ਤੋਂ ਲੈ ਕੇ ਹੋਈ ਹੀ ਨਹੀਂ ਸੀ। ਅਤੇ ਗੜਿਆਂ ਨੇ ਸਾਰੇ ਮਿਸਰ ਦੇਸ਼ ਵਿੱਚ ਸਭ ਕੁਝ ਜੋ ਜੂ ਵਿੱਚ ਸੀ, ਆਦਮੀ ਕੀ ਡੰਗਰ ਮਾਰਿਆ। ਨਾਲੇ ਗੜਿਆਂ ਨੇ ਖੇਤ ਦਾ ਸਭੋ ਸਾਗ ਪੱਤ ਮਾਰ ਦਿੱਤਾ ਅਤੇ ਖੇਤ ਦੇ ਸਾਰੇ ਬਿਰਛ ਪੰਨ ਸੁੱਟੇ। ਕੇਵਲ ਗੋਸਨ ਦੀ ਧਰਤੀ ਵਿੱਚ ਜਿੱਤੇ ਇਸਰਾਏਲੀ ਸਨ ਕੋਈ ਗੜਾ ਨਹੀਂ ਸੀ। ਤਾਂ ਫਿਰੌਨ ਨੇ ਮੂਸਾ ਅਤੇ ਹਾਰੂਨ ਨੂੰ ਸੱਦ ਲਿਆ ਔਰ ਉਹਨਾਂ ਨੂੰ ਆਖਿਆ, ਮੈਂ ਐਤਕੀ ਦੀ ਵਾਰ ਪਾਪ ਕੀਤਾ। ਯਹੋਵਾ ਸਤ ਹੈ, ਮੈਂ ਔਰ ਮੇਰੀ ਰਹਿਤ ਦੁਸ਼ਟ ਹਾਂ। ਤੁਸੀਂ ਯਹੋਵਾ ਦੇ ਅੱਗੇ ਸਫਾਰਤ ਕਰੋ, ਕਿਉਂ ਜੋ ਹੁਣ ਪਰਮੇਸ਼ਰ ਦੀ ਗਰਜ ਦੀ ਔਰ ਗੜਿਆਂ ਦੀ ਹੱਦ ਹੋ ਗਈ ਹੈ। ਮੈਂ ਤੁਹਾਨੂੰ ਜਾਣ ਦੇਵਾਂਗਾ, ਹੁਣ ਤੁਸੀਂ ਹੋਰ ਨਹੀਂ ਠਹਿਰੋਗੇ। ਤਾਂ ਮੂਸਾ ਨੇ ਉਸ ਨੂੰ ਆਖਿਆ, ਜਿਵੇਂ ਹੀ ਮੈਂ ਨਗਰ ਤੋਂ ਬਾਹਰ ਜਾਵਾਂਗਾ, ਮੈਂ ਯਹੋਵਾ ਅੱਗੇ ਆਪਣੇ ਹੱਥ ਅੱਡਾਂਗਾ ਤਾਂ ਕਰਜ਼ ਨਾ ਹਟ ਜਾਵੇਗਾ ਔਰ ਗੜੇ ਫਿਰ ਨਾ ਪੈਣਗੇ, ਤਾਂ ਜੋ ਤੁਸੀਂ ਜਾਣੋ ਕਿ ਧਰਤੀ ਯਹੋਵਾ ਦੀ ਹੈ। ਮੈਂ ਤੁਹਾਨੂੰ ਔਰ ਤੁਹਾਡੇ ਪਹਿਲਵਾਨਾਂ ਨੂੰ ਜਾਣਦਾ ਹਾਂ ਭਈ ਤੁਸੀਂ ਅਜੇ ਵੀ ਯਹੋਵਾ ਪਰਮੇਸ਼ਰ ਤੋਂ ਨਾ ਡਰੋਗੇ। ਅਲਸੀ ਔਰ ਜੋ ਮਾਰੇ ਗਏ, ਕਿਉਂਕਿ ਜਵਾਂ ਦੇ ਸਿੱਟੇ ਨਿਕਲੇ ਹੋਏ ਸਨ ਅਤੇ ਅਲਸੀ ਫੁੱਲੀ ਹੋਈ ਸੀ, ਪਰ ਕਣਕ ਔਰ ਮਸਰ ਮਾਰੇ ਨਾ ਗਏ, ਕਿਉਂਕਿ ਉਹ ਅਜੇ ਵਧੇ ਨਹੀਂ ਸਨ। ਤਾਂ ਮੂਸਾ ਫਿਰੌਨ ਕੋਲੋਂ ਹੋ ਕੇ ਨਗਰ ਵਿੱਚ ਬਾਹਰ ਗਿਆ ਔਰ ਯਹੋਵਾ ਦੇ ਅੱਗੇ ਹੱਥ ਅੱਡੇ ਤਾਂ ਕਰਜ਼ਨਾ ਔਰ ਗੜੇ ਹਟ ਗਏ ਅਤੇ ਬਰਕਾ ਧਰਤੀ ਤੋਂ ਥੰਮ ਗਏ। ਜਦ ਫਿਰੌਨ ਨੇ ਡਿੱਠਾ ਕਿ ਬਰਕਾ ਔਰ ਗੜੇ ਔਰ ਗਰਜਨਾ ਹਟ ਗਏ ਹਨ, ਤਾਂ ਫਿਰ ਪਾਪ ਕੀਤਾ ਔਰ ਆਪਣਾ ਮਨ ਪੱਤਰ ਕਰ ਲਿਆ, ਉਸ ਵੀ ਅਤੇ ਉਸ ਦੇ ਟਹਿਲਵਾਂ ਵੀ। ਸੋ ਜਿਵੇਂ ਯਹੋਵਾ ਮੂਸਾ ਦੀ ਰਾਹੀਂ ਬੋਲਿਆ ਸੀ, ਫਿਰੌਨ ਦਾ ਮਨ ਕਠੋਰ ਹੋ ਗਿਆ, ਉਸਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ। ਸਾਮੂਏਲ ਦੀ ਦੂਜੀ ਪੋਥੀ ਅਧਿਆਇ 22। ਦਾਊਦ ਨੇ ਉਸ ਦਿਨ ਇਸ ਭਜਨ ਦੀਆਂ ਗੱਲਾਂ ਯਹੋਵਾ ਅੱਗੇ ਕੀਤੀਆਂ, ਜਿਸ ਦਿਨ ਯਹੋਵਾ ਨੇ ਉਹਨੂੰ ਉਹਦੇ ਸਾਰੇ ਵੇਰੀਆਂ ਅਤੇ ਸਾਊਲ ਦੇ ਹੱਥੋਂ ਛੁਟਕਾਰਾ ਦਿੱਤਾ। ਅਤੇ ਉਹਨੇ ਆਖਿਆ, ਯਹੋਵਾ ਮੇਰੀ ਚਟਾਨ, ਮੇਰਾ ਗੜ, ਮੇਰਾ ਛੁਡਾਉਣ ਵਾਲਾ ਹੈ, ਉਹ ਮੇਰਾ ਹੈ। ਪਰਮੇਸ਼ਰ ਮੇਰਾ ਟਿੱਲਾ, ਜਿਹਦੀ ਸਰਨੀ ਮੈਂ ਆਇਆ ਹਾਂ, ਮੇਰੀ ਢਾਲ, ਮੇਰੇ ਬਚਾਓ ਦਾ ਸਿੰਘ, ਮੇਰਾ ਉੱਚਾ ਗੜ ਅਤੇ ਮੇਰੀ ਓਟ, ਮੇਰੇ ਬਚਾਉਣ ਵਾਲੇ, ਤੂੰ ਮੈਨੂੰ ਅਨੇਰ ਤੋਂ ਬਚਾਉਂਦਾ ਹੈ। ਮੈਂ ਯਹੋਵਾ ਨੂੰ ਜਿਹੜਾ ਉਸਤਤ ਯੋਗ ਹੈ ਪੁਕਾਰਾਂਗਾ, ਸੋ ਮੈਂ ਆਪਣੇ ਵੇਰੀਆਂ ਤੋਂ ਬਚ ਜਾਵਾਂਗਾ। ਮੌਤ ਦੀਆਂ ਲਹਿਰਾਂ ਨੇ ਮੈਨੂੰ ਵੱਲ ਲਿਆ, ਬੇਧਰਮੀ ਦੇ ਹੜ੍ਹਾਂ ਨੇ ਮੈਨੂੰ ਡਰਾਇਆ, ਪਤਾਲ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ। ਮੌਤ ਦੇ ਫੰਦੇ ਮੇਰੇ ਸਾਹਮਣੇ ਹੋਏ, ਆਪਣੇ ਔਖ ਦੇ ਵੇਲੇ
ਮੈਂ ਯਹੋਵਾ ਨੂੰ ਪੁਕਾਰਿਆ, ਹਾਂ ਆਪਣੇ ਪਰਮੇਸ਼ਰ ਨੂੰ ਪੁਕਾਰਿਆ। ਉਹਨੇ ਆਪਣੀ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ ਔਰ ਮੇਰੀ ਦੁਹਾਈ ਉਹਦੇ ਕੰਨਾਂ ਤੱਕ ਪਹੁੰਚੀ ਤਾਂ ਧਰਤੀ ਕੰਬ ਗਈ ਔਰ ਤਰਤਰਾਈ ਅਤੇ ਆਕਾਸ਼ ਦੀਆਂ ਨੀਹਾਂ ਹਿੱਲ ਗਈਆਂ ਅਤੇ ਧੜਕ ਉੱਠੀਆਂ। ਉਹ ਕ੍ਰੋਧਵਾਨ ਜੋ ਹੋ ਗਿਆ ਸੀ, ਉਹਦੀਆਂ ਨਾਸਾਂ ਤੋਂ ਧੂਆਂ ਉੱਠਿਆ ਅਤੇ ਉਹਦੇ ਮੂੰਹ ਤੋਂ ਅੱਗ ਭਸਮ ਕਰਦੀ ਸੀ। ਅੰਗਿਆਰੇ ਉਸ ਤੋਂ ਦਗ ਦਗ ਕਰਨ ਲੱਗੇ। ਉਹਨੇ ਆਕਾਸ਼ਾਂ ਨੂੰ ਝੁਕਾਇਆ ਅਤੇ ਹੇਠਾਂ ਉਤਾਰਿਆ ਅਤੇ ਉਹਦੇ ਪੈਰਾਂ ਹੇਠ ਕੁੱਪ ਹਨੇਰਾ ਸੀ ਤਾਂ ਉਹ ਖਰੂਬੀ ਉੱਤੇ ਚੜ ਕੇ ਉੱਡਿਆ। ਹਾਂ, ਉਹ ਪੌਣ ਦੀਆਂ ਕੰਬਾਂ ਉੱਤੇ ਵੇਖਿਆ ਗਿਆ। ਉਹਨੇ ਹਨੇਰ ਨੂੰ ਆਪਣੇ ਆਲੇ ਦੁਆਲੇ ਦਾ ਮੰਡਪ ਬਣਾਇਆ। ਜਲਾਂ ਦਾ ਇਕੱਠ ਆਕਾਸ਼ ਦੀਆਂ ਘਟਾਂ ਨੂੰ ਉਹਦੇ ਅੱਗੇ ਦੀ ਧਮਕ ਤੋਂ ਅੰਗਿਆਰੇ ਦਗ ਦਗ ਕਰਨ ਲੱਗੇ। ਯਹੋਵਾ ਆਕਾਸ਼ ਤੋਂ ਗਰਜਿਆ ਅਤੇ ਅਤ ਮਹਾਨ ਨੇ ਆਪਣੀ ਆਵਾਜ਼ ਸੁਣਾਈ। ਫਿਰ ਉਹਨੇ ਆਪਣੇ ਤੀਰ ਚਲਾ ਕੇ ਉਹਨਾਂ ਨੂੰ ਛਿੰਨ ਭਿੰਨ ਕੀਤਾ, ਬਿਜਲੀਆਂ ਨਾਲ ਉਹਨਾਂ ਨੂੰ ਘਬਰਾ ਦਿੱਤਾ। ਯਹੋਵਾ ਨੇ ਕੁਰਕਣੇ ਦੇ ਕਾਰਨ, ਉਹਦੀਆਂ ਨਾਸਾਂ ਦੇ ਸਵਾਸ ਦੇ ਝੋਂਕੇ ਦੇ ਕਾਰਨ ਸਮੁੰਦਰ ਦੀਆਂ ਨਾਲੀਆਂ ਦਿਸ ਪਈਆਂ ਅਤੇ ਜਗਤ ਦੀਆਂ ਨੀਹਾਂ ਖੁੱਲ ਗਈਆਂ। ਉਹਨੇ ਉੱਪਰੋਂ ਹੱਥ ਕੱਢ ਕੇ ਮੈਨੂੰ ਲੈ ਲਿਆ। ਉਹਨੇ ਮੈਨੂੰ ਪਾਣੀ ਦੇ ਹੜਾਂ ਵਿੱਚੋਂ ਕੱਢ ਲਿਆ। ਮੇਰੇ ਬਲਵੰਤ ਵੈਰੀ ਤੋਂ ਉਹਨੇ ਮੈਨੂੰ ਛੁਡਾਇਆ ਔਰ ਉਹਨਾਂ ਤੋਂ ਜਿਹੜੇ ਮੈਥੋਂ ਘਿਨ ਕਰਦੇ ਸਨ, ਕਿਉਂ ਜੋ ਉਹ ਮੇਰੇ ਨਾਲੋਂ ਬਹੁਤ ਤਕੜੇ ਸਨ। ਮੇਰੀ ਵਿਪਤਾ ਦੇ ਦਿਨ ਉਹਨਾਂ ਨੇ ਮੇਰਾ ਸਾਹਮਣਾ ਕੀਤਾ, ਪਰੰਤੂ ਯਹੋਵਾ ਮੇਰੀ ਟੇਕ ਸੀ। ਉਹ ਮੈਨੂੰ ਖੁੱਲੇ ਅਸਥਾਨ ਵਿੱਚ ਕੱਢ ਲਿਆਇਆ। ਉਹਨੇ ਮੈਨੂੰ ਇਸ ਲਈ ਛੁਡਾਇਆ ਕਿ ਉਹ ਮੈਥੋਂ ਪ੍ਰਸੰਨ ਸੀ। ਯਹੋਵਾ ਨੇ ਮੇਰੇ ਧਰਮ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ। ਮੇਰੇ ਹੱਥਾਂ ਦੀ ਸੂਝਮਤਾਈ ਦੇ ਅਨੁਸਾਰ ਮੈਨੂੰ ਵਟਾ ਦਿੱਤਾ, ਕਿਉਂ ਜੋ ਮੈਂ ਯਹੋਵਾ ਦੇ ਰਾਹਾਂ ਦੀ ਪਾਲਣਾ ਕੀਤੀ ਅਤੇ ਬਦੀ ਕਰਕੇ ਆਪਣੇ ਪਰਮੇਸ਼ਰ ਤੋਂ ਬੇਮੁਖ ਨਹੀਂ ਹੋਇਆ। ਉਹਦੇ ਸਾਰੇ ਨਿਆਂ ਮੇਰੇ ਸਾਹਮਣੇ ਰਹੀ ਅਤੇ ਉਹਦੀਆਂ ਵਿਧੀਆਂ ਤੋਂ ਮੈਂ ਨਹੀਂ ਮੁੜਿਆ। ਮੈਂ ਉਹਦੇ ਨਾਲ ਪੂਰਾ ਉਤਰਿਆ ਅਤੇ ਆਪਣੇ ਆਪ ਨੂੰ ਆਪਣੀ ਬਦੀ ਤੋਂ ਬਚਾਈ ਰੱਖਿਆ। ਸੋ ਯਹੋਵਾ ਨੇ ਨਿਗਾਹ ਕਰਕੇ ਮੇਰੇ ਧਰਮ ਦੇ ਅਨੁਸਾਰ ਅਤੇ ਮੇਰੀ ਸੂਝਮਤਾਈ ਦੇ ਅਨੁਸਾਰ ਮੈਨੂੰ ਵਟਾ ਦਿੱਤਾ। ਦਇਆਵਾਨ ਲਈ ਤੂੰ ਆਪਣੇ ਆਪ ਨੂੰ ਦਇਆਵਾਨ ਵਿਖਾਵੇਗਾ, ਪੂਰੇ ਮਨੁੱਖ ਲਈ ਤੂੰ ਆਪਣੇ ਆਪ ਨੂੰ ਪੂਰਾ ਵਿਖਾਵੇਗਾ, ਸੁੱਧ ਲਈ ਤੂੰ ਆਪਣੇ ਆਪ ਨੂੰ ਸੁੱਧ ਵਿਖਾਵੇਗਾ ਅਤੇ ਹਾਟੇ ਲਈ ਤੂੰ ਆਪਣੇ ਆਪ ਨੂੰ ਹਾਟਾ ਵਿਖਾਵੇਗਾ। ਤੂੰ ਦੁਖੀ ਲੋਕਾਂ ਨੂੰ ਬਚਾਵੇਗਾ, ਪਰ ਤੇਰੀਆਂ ਅੱਖਾਂ ਹੰਕਾਰਿਆਂ ਦੇ ਉੱਤੇ ਹਨ ਕਿ ਉਹ ਉਹਨਾਂ ਨੂੰ ਨੀਵੀਆਂ ਕਰੇ। ਤੂੰ ਮੇਰਾ ਦੀਵਾ ਹੈ, ਹੇ ਯਹੋਵਾ। ਯਹੋਵਾ ਤੇਰੇ ਹਨੇਰੇ ਨੂੰ ਚਾਨਣ ਕਰਦਾ ਹੈ। ਤਦ ਮੈਂ ਤੇਰੀ ਸਹਾਇਤਾ ਨਾਲ ਇੱਕ ਜੱਥੇ ਦੇ ਵਿੱਚੋਂ ਦੀ ਭੱਜ ਸਕਦਾ ਅਤੇ ਆਪਣੇ ਪਰਮੇਸ਼ਰ ਦੀ ਸਹਾਇਤਾ ਨਾਲ ਮੈਂ ਕੰਧ ਨੂੰ ਟੱਪ ਸਕਦਾ ਹਾਂ। ਪਰਮੇਸ਼ਰ ਦਾ ਰਾਹ ਪੂਰਾ ਹੈ, ਯਹੋਵਾ ਦਾ ਵਚਨ ਤਾਇਆ ਹੋਇਆ ਹੈ। ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ ਹੈ। ਯਹੋਵਾ ਤੋਂ ਬਿਨਾਂ ਹੋਰ ਕੌਣ ਪਰਮੇਸ਼ਰ ਹੈ ਅਤੇ ਸਾਡੇ ਪਰਮੇਸ਼ਰ ਤੋਂ ਝੂਠ ਹੋਰ ਕਿਹੜੀ ਚਟਾਨ ਹੈ। ਪਰਮੇਸ਼ਰ ਮੇਰਾ ਪੱਕਾ ਗੜ੍ਹ ਹੈ, ਉਹ ਮੇਰਾ ਰਾਹ ਸੰਪੂਰਨ ਕਰਦਾ ਹੈ। ਉਹ ਮੇਰੇ ਪੈਰਾਂ ਨੂੰ ਹਿਰਨੀਆਂ ਦੇ ਪੈਰ ਜਿਹਾ ਬਣਾਉਂਦਾ ਹੈ ਅਤੇ ਮੈਨੂੰ ਮੇਰੀਆਂ ਉੱਚੀਆਂ ਥਾਵਾਂ ਉੱਤੇ ਖੜਾ ਕਰਦਾ ਹੈ। ਉਹ ਮੇਰੇ ਹੱਥਾਂ ਨੂੰ ਯੁੱਧ ਕਰਨ ਇਉਂ ਸਿਖਾਉਂਦਾ ਹੈ ਕਿ ਮੇਰੀਆਂ ਬਾਹਾਂ ਪਿੱਤਲ ਦਾ ਧਨੁਕ ਝੁਕਾ ਦਿੰਦੀਆਂ ਹਨ। ਤੈਂ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ ਅਤੇ ਤੇਰੀ ਨਰਮਾਈ ਨੇ ਮੈਨੂੰ ਛੁਡਾਇਆ ਹੈ। ਤੈਂ ਮੇਰੇ ਹੇਠ ਮੇਰੀਆਂ ਕਦਮਾਂ ਨੂੰ
ਵਧਾਇਆ ਹੈ ਅਤੇ ਮੇਰੇ ਪੈਰ ਨਹੀਂ ਤਿਲਕੇ। ਮੈਂ ਆਪਣੀਆਂ ਵੇਰੀਆਂ ਦਾ ਪਿੱਛਾ ਕਰਕੇ ਉਹਨਾਂ ਦਾ ਨਾਸ ਕੀਤਾ। ਮੈਂ ਪਿੱਛਾ ਨਾ ਹਟਿਆ ਜਿੰਨਾ ਚਿਰ ਉਹਨਾਂ ਦਾ ਨਾਸ ਨਾ ਹੋ ਗਿਆ। ਮੈਂ ਉਹਨਾਂ ਨੂੰ ਪੱਕ ਲਿਆ ਅਤੇ ਅਜਿਹਾ ਮਾਰਿਆ ਕਿ ਉਹ ਫਿਰ ਨਾ ਉੱਠੇ। ਉਹ ਮੇਰੇ ਪੈਰਾਂ ਹੇਠ ਡਿੱਗ ਪਏ ਸਨ। ਤੈਂ ਯੁੱਧ ਦੇ ਲਈ ਮੇਰਾ ਲੱਕ ਬਲ ਨਾਲ ਕੱਸਿਆ ਹੈ ਤੇ ਮੇਰੇ ਵਿਰੋਧੀਆਂ ਨੂੰ ਮੇਰੇ ਹੇਠ ਝੁਕਾ ਦਿੱਤਾ ਹੈ। ਤੈਂ ਮੇਰੇ ਵੇਰੀਆਂ ਦੀ ਪਿੱਠ ਮੈਨੂੰ ਵਿਖਾਈ ਅਤੇ ਮੈਂ ਆਪਣੀ ਘਿਣ ਕਰਨ ਵਾਲਿਆਂ ਦਾ ਸਤਿਆਨਾਸ਼ ਕੀਤਾ। ਉਹਨਾਂ ਨੇ ਵੇਖਿਆ ਪਰ ਕੋਈ ਬਚਾਉਣ ਵਾਲਾ ਨਹੀਂ ਸੀ, ਸਗੋਂ ਯਹੋਵਾ ਵੱਲ ਵੀ, ਪਰ ਉਸਨੇ ਉਹਨਾਂ ਨੂੰ ਉੱਤਰ ਨਾ ਦਿੱਤਾ। ਫਿਰ ਮੈਂ ਉਹਨਾਂ ਨੂੰ ਧਰਤੀ ਦੀ ਧੂੜ ਵਾਂਗੂ ਪੀ ਸੁੱਟਿਆ, ਰਸਤੇ ਦੇ ਚਿੱਕੜ ਵਾਂਗੂ ਉਹਨਾਂ ਨੂੰ ਮਿਧਿਆ ਅਤੇ ਉਹਨਾਂ ਨੂੰ ਖਿਲਾਰ ਦਿੱਤਾ। ਤੈਂ ਮੈਨੂੰ ਮੇਰੇ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ। ਤੈਂ ਮੈਨੂੰ ਕੌਮਾਂ ਦਾ ਮੁਖੀਆ ਥਾਪਿਆ ਜਿਨ੍ਹਾਂ ਲੋਕਾਂ ਨੂੰ ਮੈਂ ਨਹੀਂ ਜਾਣਦਾ। ਉਹਨਾਂ ਨੇ ਮੇਰੀ ਸੇਵਾ ਕੀਤੀ। ਪਰਦੇਸੀ ਮੇਰੇ ਅੱਗੇ ਹਿਚਕ ਕੇ ਆਏ। ਸੁਣਦਿਆਂ ਸਾਰ ਉਹ ਅਧੀਨ ਹੋ ਗਏ। ਪਰਦੇਸੀ ਕੁਮਲਾ ਗਏ ਅਤੇ ਆਪਣੇ ਕੋਟਾਂ ਵਿੱਚੋਂ ਤਰਤਰਾਉਂਦੇ ਹੋਏ ਨਿਕਲੇ। ਯਹੋਵਾ ਜਿਉਂਦਾ ਹੈ, ਸੋ ਮੁਬਾਰਕ ਹੋਵੇ ਮੇਰੀ ਚਟਾਨ ਪਰਮੇਸ਼ਰ ਦੀ, ਜੋ ਮੇਰੇ ਬਚਾਓ ਦੀ ਚਟਾਨ ਹੈ। ਬਜ਼ੁਰਗੀ ਹੋਵੇ। ਉਸੇ ਹੀ ਪਰਮੇਸ਼ਰ ਨੇ ਮੇਰਾ ਬਦਲਾ ਲਿਆ ਅਤੇ ਲੋਕਾਂ ਨੂੰ ਮੇਰੇ ਹੇਠ ਕਰ ਦਿੱਤਾ, ਜਿਨੇ ਮੈਨੂੰ ਮੇਰੇ ਵੇਰੀਆਂ ਵਿੱਚੋਂ ਕੱਢਿਆ। ਹਾਂ, ਤੈਂ ਮੈਨੂੰ ਮੇਰੇ ਵਿਰੋਧੀਆਂ ਵਿੱਚ ਉੱਚਾ ਕੀਤਾ, ਮੈਨੂੰ ਜ਼ਾਲਮਾਂ ਤੋਂ ਬਚਾਇਆ। ਇਸੇ ਕਾਰਨ ਹੇ ਯਹੋਵਾ, ਮੈਂ ਕੌਮਾਂ ਵਿੱਚ ਤੇਰਾ ਧੰਨਵਾਦ ਕਰਾਂਗਾ ਅਤੇ ਤੇਰੇ ਨਾਮ ਦਾ ਜਸ ਗਾਵਾਂਗਾ। ਉਹ ਆਪਣੇ ਪਾਤਸ਼ਾਹ ਲਈ ਬਚਾਓ ਦਾ ਬੁਰਜ ਹੈ ਅਤੇ ਆਪਣੇ ਮਸਾ ਕੀਤੇ ਹੋਏ ਉੱਤੇ ਅਰਥਾਤ ਦਾਊਦ ਔਰ ਉਹਦੀ ਅੰਸ਼ ਉੱਤੇ ਸਦਾ ਤੱਕ ਦਇਆ ਕਰਦਾ ਹੈ। ਜਬਰਾਂ ਦੀ ਪੋਥੀ ਅਧਿਆਇ 27। ਯਹੋਵਾ ਮੇਰਾ ਚਾਨਣ ਅਤੇ ਮੇਰਾ ਬਚਾਵ ਹੈ, ਮੈਂ ਕਿਸ ਤੋਂ ਡਰਾਂ? ਯਹੋਵਾ ਮੇਰੇ ਜੀਵਨ ਦਾ ਗੜ੍ਹ ਹੈ, ਮੈਂ ਕਿਸ ਦਾ ਭੈ ਖਾਵਾਂ? ਜਦ ਬੁਰਿਆਰ ਅਰਥਾਤ ਮੇਰੇ ਵਿਰੋਧੀ ਔਰ ਵੇਰੀ ਮੇਰਾ ਮਾਸ ਖਾਣ ਨੂੰ ਨੇੜੇ ਆਏ, ਤਾਂ ਉਹ ਟੇਢਾ ਖਾ ਕੇ ਡਿੱਗ ਪਏ। ਭਾਵੇਂ ਇੱਕ ਦਲ ਮੇਰੇ ਵਿਰੋਧ ਡੇਰਾ ਲਾ ਲਵੇ, ਤਾਂ ਵੀ ਮੇਰਾ ਦਿਲ ਨਾ ਡਰੇਗਾ। ਭਾਵੇਂ ਮੇਰੇ ਵਿਰੋਧ ਯੁੱਧ ਉੱਠੇ, ਇਸ ਵਿੱਚ ਵੀ ਮੈਂ ਆਸਵੰਤ ਹਾਂ। ਮੈਂ ਯਹੋਵਾ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਪਾਲਾਂਗਾ ਕਿ ਮੈਂ ਜੀਵਨ ਪਰ ਯਹੋਵਾ ਦੇ ਘਰ ਵਸਾਂ, ਤਾਂ ਜੋ ਮੈਂ ਯਹੋਵਾ ਦੀ ਮਨੋਰਥਾਂ ਨੂੰ ਤੱਕਾਂ ਅਤੇ ਉਹਦੀ ਹੈਕਲ ਵਿੱਚ ਧਿਆਨ ਕਰਾਂ। ਵਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਵਿੱਚ ਲੁਕਾਵੇਗਾ ਅਤੇ ਆਪਣੇ ਤੰਬੂ ਦੇ ਪਰਦੇ ਵਿੱਚ ਮੈਨੂੰ ਛਿਪਾਵੇਗਾ। ਉਹ ਮੈਨੂੰ ਚਟਾਨ ਉੱਤੇ ਉੱਚਾ ਕਰੇਗਾ। ਹੁਣ ਮੇਰਾ ਸਿਰ ਮੇਰੇ ਆਲੇ ਦੁਆਲੇ ਦੀਆਂ ਵੇਰੀਆਂ ਦੇ ਉੱਤੇ ਉੱਚਾ ਕੀਤਾ ਜਾਵੇਗਾ ਅਤੇ ਉਹਦੇ ਤੰਬੂ ਵਿੱਚ ਮੈਂ ਜੈ ਜੈਕਾਰ ਦੇ ਚੜਾਵੇ ਚੜਾਵਾਂਗਾ। ਮੈਂ ਗਾਵਾਂਗਾ, ਮੈਂ ਯਹੋਵਾ ਦੇ ਜ਼ਬੂਰ ਗਾਵਾਂਗਾ। ਹੇ ਯਹੋਵਾ, ਮੇਰੀ ਪੁਕਾਰ ਦੀ ਆਵਾਜ਼ ਨੂੰ ਸੁਣ, ਮੇਰੇ ਉੱਤੇ ਦਇਆ ਕਰ ਅਤੇ ਮੈਨੂੰ ਉੱਤਰ ਦੇ। ਮੇਰੇ ਦਰਸ਼ਨ ਦੀ ਖੋਜ ਕਰੋ। ਤਾਂ ਮੇਰੇ ਮਨ ਨੇ ਤੈਨੂੰ ਆਖਿਆ, ਹੇ ਯਹੋਵਾ, ਮੈਂ ਤੇਰੇ ਦਰਸ਼ਨ ਦੀ ਖੋਜ ਕਰਾਂਗਾ। ਆਪਣਾ ਮੁਖ ਮੈਥੋਂ ਨਾ ਲੁਕਾ, ਆਪਣੇ ਦਾਸ ਨੂੰ ਕ੍ਰੋਧ ਨਾਲ ਪਰੇ ਨਾ ਹਟਾ। ਤੂੰ ਮੇਰਾ ਸਹਾਇਕ ਰਿਹਾ ਹੈ, ਨਾ ਮੈਨੂੰ ਛੱਡ ਨਾ ਮੈਨੂੰ ਤਿਆਗ। ਹੇ ਮੇਰੇ ਮੁਕਤੀ ਦੇ ਪਰਮੇਸ਼ਰ, ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾ ਮੈਨੂੰ ਸਾਂਭੇਗਾ। ਹੇ ਯਹੋਵਾ, ਆਪਣਾ ਰਾਹ ਮੈਨੂੰ ਸਿਖਲਾ ਅਤੇ ਮੇਰੇ ਕਾਤਿਆਂ ਦੇ ਕਾਰਨ ਬਥੇਰੇ
ਰਾਹ ਉੱਤੇ ਮੇਰੀ ਅਗਵਾਈ ਕਰ। ਮੇਰੇ ਵਿਰੋਧੀਆਂ ਦੀ ਮਰਜ਼ੀ ਦੇ ਹਵਾਲੇ ਮੈਨੂੰ ਨਾ ਕਰ, ਕਿਉਂ ਜੋ ਝੂਠੇ ਗਵਾਹ ਮੇਰੇ ਵਿਰੋਧ ਉੱਠੇ ਹਨ ਅਤੇ ਉਹ ਜੋ ਜ਼ੁਲਮ ਦੀਆਂ ਫੂਕਾਂ ਮਾਰਦੇ ਹਨ। ਪਰ ਮੈਨੂੰ ਜੀਵਦਿਆਂ ਦੀ ਧਰਤੀ ਉੱਤੇ ਯਹੋਵਾ ਦੀ ਭਲਾਈ ਵੇਖਣ ਦਾ ਵਿਸ਼ਵਾਸ ਸੀ। ਯਹੋਵਾ ਨੂੰ ਉਡੀਕ, ਤਕੜਾ ਹੋ ਅਤੇ ਤੇਰਾ ਮਨ ਦਲੇਰ ਹੋਵੇ। ਹਾਂ, ਯਹੋਵਾ ਨੂੰ ਹੀ ਉਡੀਕ। ਲੂਕਾ ਦੀ ਇੰਜੀਲ ਅਧਿਆਇ 4। ਤਾਂ ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਤੋਂ ਮੁੜਿਆ ਔਰ ਆਤਮਾ ਦੀ ਅਗਵਾਈ ਨਾਲ 40 ਦਿਨਾਂ ਤੋੜੀ ਉਜਾੜ ਵਿੱਚ ਫਿਰਦਾ ਰਿਹਾ ਅਤੇ ਸ਼ੈਤਾਨ ਉਹਨੂੰ ਪਰਤਾਉਂਦਾ ਸੀ। ਔਰ 19 ਦਿਨੀ ਉਹਨੇ ਕੁਛ ਨਾ ਖਾਧਾ ਔਰ ਜਦ ਉਹ ਦਿਨ ਪੂਰੇ ਹੋ ਗਏ ਤਾਂ ਉਹਨੂੰ ਭੁੱਖ ਲੱਗੀ। ਤਦ ਸ਼ੈਤਾਨ ਨੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਜਿਸ ਪੱਥਰ ਨੂੰ ਆਖ ਜੋ ਰੋਟੀ ਬਣ ਜਾਏ। ਯਿਸੂ ਨੇ ਉਹਨੂੰ ਉੱਤਰ ਦਿੱਤਾ ਕਿ ਲਿਖਿਆ ਹੈ, ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ। ਤਾਂ ਸ਼ੈਤਾਨ ਨੇ ਉਹਨੂੰ ਉੱਚੀ ਥਾਂ ਲੈ ਜਾ ਕੇ ਉਹਨੂੰ ਦੁਨੀਆ ਦੀਆਂ ਸਾਰੀਆਂ ਪਾਤਸ਼ਾਹੀਆਂ ਇੱਕ ਪਲ ਵਿੱਚ ਵਿਖਾਈਆਂ ਅਤੇ ਉਹਨੂੰ ਆਖਿਆ, ਮੈਂ ਇਹ ਸਾਰਾ ਇਖਤਿਆਰ ਅਤੇ ਉਹਨਾਂ ਦੀ ਫੜਕ ਤੈਨੂੰ ਦਿਆਂਗਾ, ਕਿਉਂ ਜੋ ਇਹ ਮੇਰੇ ਵਸ ਵਿੱਚ ਕੀਤਾ ਹੋਇਆ ਹੈ ਔਰ ਜਿਹਨੂੰ ਚਾਹੁੰਦਾ ਉਹਨੂੰ ਦਿੰਦਾ ਹਾਂ। ਸੋ ਜੇ ਤੂੰ ਮੇਰੇ ਅੱਗੇ ਮੱਥਾ ਟੇਕੇ ਤਾਂ ਸਭੋ ਕੁਝ ਤੇਰਾ ਹੋਵੇਗਾ। ਯਿਸੂ ਨੇ ਉਸਨੂੰ ਉੱਤਰ ਦਿੱਤਾ, ਜੋ ਲਿਖਿਆ ਹੈ, ਭਈ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਤਦ ਉਸਨੇ ਉਹਨੂੰ ਯਰੂਸ਼ਲਮ ਵਿੱਚ ਲੈ ਜਾ ਕੇ ਹੇਕਲ ਦੇ ਕਿੰਗਰੇ ਉੱਤੇ ਖੜਾ ਕੀਤਾ ਔਰ ਉਹਨੂੰ ਆਖਿਆ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਡੇਗ ਦੇ, ਕਿਉਂ ਜੋ ਲਿਖਿਆ ਹੈ, ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਜੋ ਤੇਰੀ ਰੱਖਿਆ ਕਰਨ ਅਤੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਅਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ। ਯਿਸੂ ਨੇ ਉਹਨੂੰ ਉੱਤਰ ਦਿੱਤਾ ਕਿ ਇਹ ਕਿਹਾ ਗਿਆ ਹੈ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ। ਔਰ ਸ਼ੈਤਾਨ ਜਾਂ ਸਾਰਾ ਪਰਤਾਵਾ ਕਰ ਹਟਿਆ ਤਾਂ ਕੁਝ ਚਿਰ ਤੀਕਰ ਉਸ ਕੋਲੋਂ ਦੂਰ ਰਿਹਾ। ਯਿਸੂ ਆਤਮਾ ਦੀ ਸ਼ਕਤੀ ਵਿੱਚ ਗਲੀਲ ਨੂੰ ਮੁੜਿਆ ਔਰ ਉਹਦਾ ਜਸ ਸਾਰੇ ਇਲਾਕੇ ਵਿੱਚ ਖਿੰਡ ਗਿਆ ਅਤੇ ਉਹ ਉਹਨਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਰਿਹਾ ਅਤੇ ਸਾਰੇ ਉਸ ਦੀ ਵਡਿਆਈ ਕਰਦੇ ਹਨ। ਫਿਰ ਉਹ ਨਾਸਰਤ ਨੂੰ ਆਇਆ ਜਿੱਥੇ ਪਲਿਆ ਸੀ ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਜਾ ਕੇ ਪੜਨ ਲਈ ਖੜਾ ਹੋਇਆ ਅਤੇ ਯਸਾਇਆ ਨਬੀ ਦੀ ਪੋਥੀ ਉਹਨੂੰ ਦਿੱਤੀ ਗਈ ਅਤੇ ਉਸਨੇ ਪੋਥੀ ਖੋਲ ਕੇ ਉਹ ਤਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ, ਭਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਤੇ ਕੁਚਲਿਆ ਹੋਇਆਂ ਨੂੰ ਛੁਡਾਵਾਂ ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਰੇ ਦਾ ਪ੍ਰਚਾਰ ਕਰਾਂ। ਅਤੇ ਪੋਥੀ ਬੰਦ ਕਰਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ। ਔਰ ਸਭਨਾਂ ਦੀਆਂ ਅੱਖਾਂ ਜਿਹੜੇ ਸਮਾਜ ਵਿੱਚ ਹਾਜ਼ਰ ਸਨ ਉਸ ਤੇ ਲੰਘੀਆਂ ਹੋਈਆਂ ਸਨ। ਤਦ ਉਹ ਉਹਨਾਂ ਨੂੰ ਕਹਿਣ ਲੱਗਾ ਕਿ ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ। ਅਤੇ ਸਭਨਾਂ ਨੇ ਉਸ ਉੱਤੇ ਸਾਖੀ ਦਿੱਤੀ ਅਤੇ ਉਹਨਾਂ ਕਿਰਪਾ ਦੀਆਂ ਗੱਲਾਂ ਤੋਂ ਜੋ ਉਹਦੇ ਮੂੰਹੋਂ ਨਿਕਲਦੀਆਂ ਸਨ ਹੈਰਾਨ ਹੋ ਕੇ, ਭਲਾ ਇਹ ਯੂਸੁਫ ਦਾ ਪੁੱਤਰ ਨਹੀਂ? ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਜ਼ਰੂਰ ਇਹ ਕਹਾਵਤ ਮੇਰੇ ਉੱਤੇ ਕਹੋਗੇ ਕਿ ਇਹ ਵੈਦ ਆਪਣੇ ਆਪ ਨੂੰ ਚੰਗਾ ਕਰ। ਜੇ ਕੁਝ ਅਸਾਂ ਕਫਰਨਹੂਮ ਵਿੱਚ ਹੁੰਦਾ ਸੁਣਿਆ, ਇੱਥੇ ਆਪਣੇ ਦੇਸ਼ ਵਿੱਚ ਵੀ ਕਰ।
ਉਸਨੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਕੋਈ ਨਬੀ ਆਪਣੇ ਦੇਸ਼ ਵਿੱਚ ਪ੍ਰਵਾਨ ਨਹੀਂ, ਪਰ ਮੈਂ ਤੁਹਾਨੂੰ ਠੀਕ ਆਖਦਾ ਹਾਂ, ਜੇ ਏਲੀਆ ਦੇ ਦਿਨੀ ਜਾਂ ਸਾਡੇ ਦਿਨਾਂ ਦੀ ਵਰਿਆਂ ਦੀ ਐਡੀ ਓੜ ਲੱਗੀ ਪਈ, ਸਾਰੇ ਦੇਸ਼ ਉੱਤੇ ਵੱਡਾ ਕਾਲ ਪਿਆ। ਬਹੁਤ ਸਾਰੀਆਂ ਵਿਧਵਾ ਇਸਰਾਏਲ ਵਿੱਚ ਸਨ, ਪਰ ਸਈਦਾ ਦੇਸ਼ ਦੇ ਸਾਰਿਪਤ ਦੀ ਇੱਕ ਵਿਧਵਾ ਤੋਂ ਬਿਨਾਂ ਏਲੀਆ ਉਹਨਾਂ ਵਿੱਚੋਂ ਕਿਸੇ ਹੋਰ ਦੇ ਕੋਲ ਨਹੀਂ ਘੱਲਿਆ ਗਿਆ। ਅਤੇ ਐਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਸਾਰੇ ਕੋढ़ी ਸਨ, ਪਰ ਉਹਨਾਂ ਵਿੱਚੋਂ ਨਾਮਾਨ ਸੁਰਿਆਨੀ ਬਿਨਾਂ ਕੋਈ ਸੁਧ ਨਾ ਕੀਤਾ ਗਿਆ। ਸੋ ਜਿਹੜੇ ਸਮਾਜ ਵਿੱਚ ਸਨ, ਉਹ ਸਭ ਇਹਨਾਂ ਗੱਲਾਂ ਨੂੰ ਸੁਣਦੇ ਹੀ ਕ੍ਰੋਧ ਨਾਲ ਭਰ ਗਏ ਔਰ ਉੱਠ ਕੇ ਉਸ ਨੂੰ ਨਗਰੋਂ ਬਾਹਰ ਕੱਢਿਆ ਅਤੇ ਉਸ ਪਹਾੜ ਦੀ ਟੀਸੀ ਉੱਤੇ, ਜਿਸ ਤੇ ਉਹਨਾਂ ਦਾ ਨਗਰ ਬਣਿਆ ਹੋਇਆ ਸੀ, ਲੈ ਚੱਲੇ, ਜੋ ਉਹਨੂੰ ਸਿਰ ਪਰਨੇ ਡੇਗ ਦੇਣ। ਪਰ ਉਹ ਉਹਨਾਂ ਦੇ ਵਿੱਚੋਂ ਦੀ ਲੰਘ ਕੇ ਚਲਿਆ ਗਿਆ। ਉਹ ਗਲੀਲ ਦੇ ਇੱਕ ਨਗਰ ਕਫਰਨਾਉਮ ਵਿੱਚ ਆਣ ਕੇ ਸਬਤ ਦੇ ਦਿਨ ਉਹਨਾਂ ਨੂੰ ਉਪਦੇਸ਼ ਦੇਣ ਲੱਗਾ, ਔਰ ਉਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ, ਕਿਉਂ ਜੋ ਉਹਦਾ ਵਚਨ ਇਖਤਿਆਰ ਨਾਲ ਸੀ। ਸਮਾਜ ਵਿੱਚ ਇੱਕ ਮਨੁੱਖ ਸੀ ਜਿਹਨੂੰ ਭ੍ਰਿਸ਼ਟ ਭੂਤ ਦਾ ਆਤਮਾ ਚਿੰਬੜਿਆ ਹੋਇਆ ਸੀ, ਅਤੇ ਉਹ ਉੱਚੀ ਆਵਾਜ਼ ਨਾਲ ਬੋਲਿਆ, ਹਾਏ ਯਿਸੂ ਨਾਸਰੀ, ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਾਡਾ ਨਾਸ ਕਰਨ ਆਇਆ ਹੈ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈ, ਤੂੰ ਪਰਮੇਸ਼ਰ ਦਾ ਪਵਿੱਤਰ ਪੁਰਖ ਹੈ। ਤਾਂ ਯਿਸੂ ਨੇ ਉਹਨੂੰ ਵਰਜ ਕੇ ਕਿਹਾ, ਚੁੱਪ ਕਰ ਅਤੇ ਇਸ ਪਿੱਛੋਂ ਨਿਕਲ ਜਾ। ਸੋ ਉਹ ਭੂਤ ਉਸ ਨੂੰ ਵਿਚਕਾਰ ਪਟਕ ਕੇ ਬਿਨਾਂ ਸੱਟ ਲਾਏ ਉਸ ਦੇ ਅੰਦਰੋਂ ਨਿਕਲ ਗਿਆ, ਅਤੇ ਸਾਰੇ ਹੈਰਾਨ ਹੋਏ ਅਤੇ ਆਪਸ ਵਿੱਚ ਗੱਲਾਂ ਕਰਕੇ ਇੱਕ ਦੂਏ ਨੂੰ ਕਹਿਣ ਲੱਗੇ, ਭਈ ਇਹ ਕੀ ਗੱਲ ਹੈ? ਕਿਉਂ ਜੋ ਉਹ ਇਖਤਿਆਰ ਅਤੇ ਸਮਰੱਥਾ ਨਾਲ ਭ੍ਰਿਸ਼ਟ ਆਤਮਿਆਂ ਨੂੰ ਹੁਕਮ ਕਰਦਾ ਹੈ ਅਤੇ ਉਹ ਨਿਕਲ ਜਾਂਦੇ ਹਨ। ਅਤੇ ਉਸ ਇਲਾਕੇ ਦੀਆਂ ਸਭਨਾ ਥਾਵਾਂ ਵਿੱਚ ਉਹਦੀ ਧੁੰਮ ਪੈ ਗਈ। ਫਿਰ ਉਹ ਸਮਾਜ ਤੋਂ ਉੱਠ ਕੇ ਸਿਮਿਓਨ ਦੇ ਘਰ ਗਿਆ, ਔਰ ਸਿਮਿਓਨ ਦੀ ਸੱਸ ਨੂੰ ਜ਼ੋਰ ਦਾ ਤਾਪ ਚੜਿਆ ਹੋਇਆ ਸੀ, ਅਤੇ ਉਹਨਾਂ ਉਸ ਦੇ ਅੱਗੇ ਉਹਦੇ ਲਈ ਅਰਜ਼ ਕੀਤੀ। ਤਦ ਉਸਨੇ ਉਹਦੇ ਕੋਲ ਖੜੋ ਕੇ ਤਾਪ ਨੂੰ ਦਬਕਾ ਦਿੱਤਾ, ਅਤੇ ਉਹ ਲਹਿ ਗਿਆ, ਔਰ ਉਹਨੇ ਉੱਠ ਕੇ ਉਹਨਾਂ ਦੀ ਖਾਤਰ ਕੀਤੀ। ਫਿਰ ਅਥੂਨ ਵੇਲੇ ਉਹ ਸਾਰੇ ਜਿਨ੍ਹਾਂ ਦੇ ਭਾਂਤ ਦੇ ਰੋਗੀ ਸਨ, ਉਹਨਾਂ ਨੂੰ ਉਸ ਕੋਲ ਲਿਆਏ, ਅਤੇ ਉਸਨੇ ਉਹਨਾਂ ਵਿੱਚੋਂ ਹਰੇਕ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਚੰਗਾ ਕੀਤਾ। ਔਰ ਬਹੁਤਿਆਂ ਵਿੱਚੋਂ ਪੁੱਤ ਵੀ ਚੀਕਾਂ ਮਾਰਦੇ ਅਤੇ ਇਹ ਆਖਦੇ ਨਿਕਲ ਆਏ ਪਏ, ਤੂੰ ਪਰਮੇਸ਼ਰ ਦਾ ਪੁੱਤਰ ਹੈ। ਪਰ ਉਸਨੇ ਉਹਨਾਂ ਨੂੰ ਝਿੜਕ ਕੇ ਬੋਲਣ ਨਾ ਦਿੱਤਾ, ਕਿਉਂ ਜੋ ਉਹ ਪਛਾਣਦੇ ਸਨ ਜੋ ਇਹ ਮਸੀਹ ਹੈ। ਜਾਂ ਦਿਨ ਚੜ੍ਹਿਆ ਤਾਂ ਉਹ ਨਿਕਲ ਕੇ ਇੱਕ ਉਜਾੜ ਥਾਂ ਵਿੱਚ ਗਿਆ, ਅਤੇ ਭੀੜਾਂ ਉਸ ਨੂੰ ਪਾਲਦਿਆਂ ਉਸ ਕੋਲ ਆਈਆਂ ਅਤੇ ਉਸ ਨੂੰ ਰੋਕਿਆ, ਜੋ ਸਾਡੇ ਕੋਲ ਨਾ ਜਾਈ। ਪਰ ਉਸਨੇ ਉਹਨਾਂ ਨੂੰ ਆਖਿਆ ਕਿ ਮੈਨੂੰ ਚਾਹੀਦਾ ਹੈ ਜੋ ਹੋਰਨਾਂ ਨਗਰਾਂ ਵਿੱਚ ਵੀ ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ ਸੁਣਾਵਾਂ, ਕਿਉਂਕਿ ਮੈਂ ਇਸ ਲਈ ਘੱਲਿਆ ਗਿਆ। ਤਾਂ ਉਹ ਗਲੀਲ ਦੀਆਂ ਸਮਾਜਾਂ ਵਿੱਚ ਪ੍ਰਚਾਰ ਕਰਦਾ ਰਿਹਾ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ, ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਕੁਝ ਦੀ ਕਿਤਾਬ ਅਧਿਆਇ 9। ਇਸ ਵਿੱਚ ਆਪਾਂ ਇਸ ਪ੍ਰਕਾਰ ਵੇਖਦੇ ਹਾਂ ਕਿ ਪਰਮੇਸ਼ਰ ਮਿਸਰ ਦੇ ਪਹਿਲੇ ਪਸ਼ੂਆਂ ਨੂੰ ਨਾਸ ਕਰਦਾ, ਬਵਾ ਨਾਲ ਮਾਰਦਾ। ਉਸ ਤੋਂ ਬਾਅਦ ਪਸ਼ੂਆਂ ਦੇ ਨਾਲ ਮਿਸਰ ਦੇ ਵਿੱਚ ਰਹਿਣ ਵਾਲੇ ਹਰ ਇੱਕ ਮਿਸਰੀ ਮਨੁੱਖ ਨੂੰ ਮਾਰਦਾ। ਉਸ ਤੋਂ ਬਾਅਦ ਮਿਸਰ ਦੇਸ਼ ਦੇ ਧਰਤੀ ਦੀਆਂ ਉਹਨਾਂ ਫਸਲਾਂ ਨੂੰ ਮਾਰਦਾ, ਤਾਂ ਕਿ ਫਿਰੌਨ ਅਤੇ ਮਿਸਰੀ ਯਹੋਵਾ ਪਰਮੇਸ਼ਰ ਨੂੰ
ਜਾਣਨ ਅਤੇ ਸਮਝਣ। ਪਰ ਆਖਰੀ ਤੱਕ ਉਹ ਪਰਮੇਸ਼ਰ ਨੂੰ ਆਪਣੇ ਮਨ ਦਾ ਕਠੋਰ ਦੇ ਕਾਰਨ ਨਹੀਂ ਸਮਝਦੇ। ਦੂਸਰੀ ਸਾਮੂਏਲ ਦੀ ਕਿਤਾਬ ਅਧਿਆਇ 22 ਦੇ ਵਿੱਚ ਆਪਾਂ ਵੇਖਦੇ ਹਾਂ ਦਾਊਦ ਪਰਮੇਸ਼ਰ ਨੇ ਉਹਨੂੰ ਸਾਰੇ ਵੇਰਿਆਂ ਤੋਂ ਛੁਟਕਾਰਾ ਦਿੱਤਾ। ਇਸ ਕਾਰਨ ਪਰਮੇਸ਼ਰ ਦਾ ਧੰਨਵਾਦ ਉਸਤਤ ਕਰਦਾ ਅਤੇ ਉਹ ਆਖਦਾ ਯਹੋਵਾ ਪਰਮੇਸ਼ਰ ਹੀ ਮੇਰਾ ਚਟਾਨ, ਮੇਰਾ ਉੱਚਾ ਗੜ ਅਤੇ ਪਤਾਲ ਨੇ ਮੈਨੂੰ ਘੇਰਿਆ ਪਰ ਪਰਮੇਸ਼ਰ ਨੇ ਮੈਨੂੰ ਛੁਡਾਇਆ ਕਰਕੇ। ਇਸੇ ਪ੍ਰਕਾਰ ਦਾਊਦ ਜ਼ਬੂਰ 27 ਦੇ ਵਿੱਚ ਕਹਿੰਦਾ ਹੈ ਕਿ ਜਿਹੜਾ ਪਰਮੇਸ਼ਰ ਨੂੰ ਸਮਝਦਾ, ਉਹਦੇ ਸਾਮਰਥ ਨੂੰ ਵੇਖਦਾ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਨੁਭਵ ਕਰਦਾ ਹੈ, ਉਹਨੂੰ ਚਾਹੀਦਾ ਉਹਦੇ ਲਈ ਉਡੀਕਣ, ਕਿਉਂਕਿ ਉਡੀਕਣ ਵਾਲਿਆਂ ਲਈ ਪਰਮੇਸ਼ਰ ਆਸੀਸਾਂ ਬਰਕਤਾਂ ਦਿੰਦਾ, ਨਾਲੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡਾ ਵੱਡਾ ਕੰਮ ਕਰਦਾ ਕਰਕੇ। ਲੂਕਾ ਦੀ ਇੰਜੀਲ ਅਧਿਆਇ 4 ਦੇ ਵਿੱਚ ਆਪਾਂ ਵੇਖਦੇ ਹਾਂ ਯਿਸੂ ਮਸੀਹ ਨੂੰ ਸ਼ੈਤਾਨ ਪਰਤਾਉਂਦਾ। ਜਦ ਸ਼ੈਤਾਨ ਪ੍ਰਭੂ ਯਿਸੂ ਮਸੀਹ ਨੂੰ ਆਖਦਾ ਹੈ ਕਿ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੋਵੇ ਆ ਕੁਝ ਕਰੋ, ਤਾਂ ਪ੍ਰਭੂ ਯਿਸੂ ਮਸੀਹ ਉਹਦੇ ਕੋਲ ਆਪਣੇ ਆਪ ਨੂੰ ਸਾਬਿਤ ਕਰਨਾ ਨਹੀਂ ਚਾਹੁੰਦਾ, ਸਗੋਂ ਉਹਨੂੰ ਝਿੜਕ ਕੇ ਉਸਦੇ ਪਰਤਾਵੇ ਤੋਂ ਬਚਦਾ ਹੋਇਆ ਵੇਖਦੇ ਹਾਂ। ਇਸੇ ਪ੍ਰਕਾਰ ਜਦ ਪਰਿਸ਼ਟ ਆਤਮਾ ਪ੍ਰਭੂ ਯਿਸੂ ਮਸੀਹ ਦੇ ਪ੍ਰਤੀ ਸਾਖੀ ਦਿੰਦੇ, ਉਦੋਂ ਉਹਨਾਂ ਦੀਆਂ ਗੱਲਾਂ ਨੂੰ ਪ੍ਰਭੂ ਯਿਸੂ ਮਸੀਹ ਪਰਵਾਹ ਨਾ ਕਰਦਾ, ਨਾਲੇ ਉਹਨਾਂ ਨੂੰ ਝਿੜਕ ਕੇ ਉਹਨਾਂ ਸਰੀਰਾਂ ਦੇ ਵਿੱਚੋਂ ਬਾਹਰ ਕੱਢਦਾ। ਪਰ ਜਦ ਯਿਸੂ ਮਸੀਹ ਆਪਦੇ ਪਲਿਆ ਹੋਇਆ ਉਸ ਸ਼ਹਿਰ ਦੇ ਵਿੱਚ ਆਉਂਦਾ, ਜਦ ਉਹ ਲੋਕ ਪ੍ਰਭੂ ਯਿਸੂ ਮਸੀਹ ਨੂੰ ਆਖਦੇ ਜਿਸ ਪ੍ਰਕਾਰ ਅਸੀਂ ਸੁਣਦੇ ਹਾਂ ਤੂਨੇ ਕਫਰਨਾਹੂਮ ਦੇ ਵਿੱਚ ਵੱਡਾ ਕੰਮ ਕੀਤਾ, ਸੋ ਉਸੇ ਤਰ੍ਹਾਂ ਇੱਥੇ ਵੀ ਕਰੋ। ਪ੍ਰਭੂ ਯਿਸੂ ਮਸੀਹ ਆਖਦਾ ਹੈ ਕਿ ਨਬੀ ਆਪਦੇ ਪਿੰਡ ਦੇ ਵਿੱਚ ਆਦਰ ਨਹੀਂ ਪਾਉਂਦਾ ਕਰਕੇ, ਨਾਲੇ ਕਹਿੰਦਾ ਜਿਹੜੇ ਉਸ ਉੱਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਦੇ ਵਿਚਕਾਰ ਵੱਡਾ ਕੰਮ ਨਹੀਂ ਕਰੇਗਾ ਕਰਕੇ ਪੁਰਾਣਾ ਨਿਯਮਾਂ ਦੇ ਕੁਝ ਗੱਲਾਂ ਨੂੰ ਉਦਾਹਰਨ ਤੌਰ ਸੇ ਕਹਿ ਕੇ ਉਹਨਾਂ ਨੂੰ ਸਮਝਾਉਂਦਾ। ਇਹਨਾਂ ਸਾਰੇ ਅਧਿਆਇ ਦੇ ਰਾਹੀਂ ਪ੍ਰਭੂ ਪਰਮੇਸ਼ਰ ਆਪਾਂ ਨੂੰ ਸਿਖਾਉਂਦਾ ਹੈ ਕਿ ਜਿਹੜਾ ਪ੍ਰਭੂ ਉੱਤੇ ਵਿਸ਼ਵਾਸ ਕਰੇਗਾ ਅਤੇ ਜਿਹੜਾ ਪ੍ਰਭੂ ਨੂੰ ਆਦਰ ਭਾਵ ਕਰੇਗਾ, ਉਹਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਵੱਡਾ ਕੰਮ ਕਰਦਾ। ਕਦੇ ਪ੍ਰਭੂ ਪਰਮੇਸ਼ਰ ਜਿਹੜੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਕੁਝ ਵੱਡਾ ਕੰਮ ਕਰਦਾ, ਤਾਂ ਕਿ ਉਹ ਪ੍ਰਭੂ ਯਿਸੂ ਮਸੀਹ ਨੂੰ ਅਤੇ ਪ੍ਰਭੂ ਪਰਮੇਸ਼ਰ ਨੂੰ ਜਾਣਨ ਅਤੇ ਸਮਝਣ। ਪਰ ਉਹ ਮਨ ਦੇ ਕਠੋਰ ਦੇ ਕਾਰਨ ਕਦੇ ਵੀ ਨਹੀਂ ਸਮਝਣਗੇ। ਚੁਣੇ ਹੋਏ ਲੋਕਾਂ ਵੀ ਜੇ ਪ੍ਰਭੂ ਪਰਮੇਸ਼ਰ ਨੂੰ ਵਿਸ਼ਵਾਸ ਨਾ ਕਰੇ ਤਾਂ ਉਹ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਯਹੋਵਾ ਦੇ ਵੱਲੋਂ ਵੱਡੇ ਕੰਮਾਂ ਨੂੰ ਨਹੀਂ ਅਨੁਭਵ ਕਰ ਸਕਦੇ। ਸੋ ਪ੍ਰਭੂ ਦੇ ਪਿਆਰਿਓ, ਆਪਾਂ ਨੂੰ ਚਾਹੀਦਾ ਹੈ ਕਿ ਯਹੋਵਾ ਪਰਮੇਸ਼ਰ ਉੱਤੇ ਵਿਸ਼ਵਾਸ ਕਰਨ, ਨਾਲ ਉਹਨੂੰ ਯਕੀਨ ਮੰਨਣ। ਇਸੇ ਪ੍ਰਕਾਰ ਇੱਕ ਹੋਰ ਗੱਲ ਵੀ ਇਸ ਵਿੱਚੋਂ ਪ੍ਰਭੂ ਯਿਸੂ ਮਸੀਹ ਸਿਖਾਉਂਦਾ ਹੈ, ਦੁਸ਼ਟ ਤੁਹਾਡੇ ਪ੍ਰਤੀ ਕੋਈ ਸਾਖੀ ਬਹਿਰੇ ਉਸ ਨੂੰ ਤੁਸੀਂ ਯਕੀਨ ਕਦੇ ਨਹੀਂ ਮੰਨਣਾ ਅਤੇ ਉਹਨਾਂ ਦੇ ਗੱਲ ਵਿੱਚ ਕਦੇ ਵੀ ਨਹੀਂ ਪੈਣਾ। ਸੋ ਆਪਾਂ ਸੁਚੇਤ ਰਹਿ ਕੇ ਪ੍ਰਭੂ ਦੇ ਗੱਲਾਂ ਉਤੇ ਉਡੀਕਦੇ ਰਹਿਣਾ ਚਾਹੀਦਾ ਹੈ
ਜਿਸ ਪ੍ਰਕਾਰ ਦਾਊਦ ਸਿਖਾਉਂਦਾ ਹੈ। ਇਹਨਾਂ ਸਾਰੇ ਵਚਨਾਂ ਦੇ ਰਾਹੀਂ ਪ੍ਰਭੂ ਤੁਹਾਨੂੰ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।